ਤੁਹਾਡਾ ਅਸੀਂ ਸਿੱਖ ਚੈਨਲ ਤੇ ਬਹੁਤ ਹੀ ਨਿੱਘਾ ਸਵਾਗਤ ਕਰਦੇ ਹਾਂ ਜੀ। ਤੋ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਤੁਹਾਡੇ ਵਾਸਤੇ ਅਸੀਂ ਹਾਜ਼ਰ ਹਾਂ ਕਿ ਪਿਛਲੇ ਦਿਨੀ ਜੋ ਇੱਕ ਸਿੱਖ ਨੌਜਵਾਨ ਦੇ ਉੱਤੇ ਬੰਬੇ ਦੇ ਵਿੱਚ ਜੋ ਅਟੈਕ ਹੋਇਆ ਤੇ ਉਸ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਗਿਆ ਵਾ ਤੇ ਉਹ ਨੌਜਵਾਨ ਇਸ ਵੇਲੇ ਜ਼ਿੰਦਗੀ ਮੌਤ ਦੀ ਲੜਾਈ ਉਹ ਲੜ ਰਿਹਾ ਵਾ। ਸੋ ਉਸ ਵਾਸਤੇ ਅੱਜ ਅਸੀਂ ਵਿਚਾਰਾਂ ਕਰਨ ਵਾਸਤੇ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਤੇ ਸਾਡੇ ਨਾਲ ਜੁੜੇ ਨੇ ਸਾਡੇ ਇੰਡੀਆ ਦੇ ਸੀਨੀਅਰ ਪੱਤਰਕਾਰ ਸਰਦਾਰ ਹਰਿੰਦਰ ਸਿੰਘ ਜੀ ਗਿੱਲ ਅੰਮ੍ਰਿਤਸਰ ਦੀ ਧਰਤੀ ਤੋਂ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ ਤੇ ਨਾਲ ਹੀ ਗੱਲਬਾਤ ਕਰਨ ਵਾਸਤੇ ਮਹਾਰਾਸ਼ਟਰ ਦੀ ਧਰਤੀ ਤੋਂ ਇੰਜੀਨੀਅਰ ਜਸਪਾਲ ਸਿੰਘ ਜੀ ਚਾਵਲਾ ਜੋ ਬੀਜੇਪੀ ਦੇ ਮਿਨੋਰਟੀ ਸੈੱਲ ਦੇ ਵਾਈਸ ਪ੍ਰੈਜ਼ੀਡੈਂਟ ਹਨ, ਜੋ ਜ਼ਿਲ੍ਹਾ ਗੋਵਿੰਦੀਆ ਮਹਾਰਾਸ਼ਟਰ ਤੋਂ ਉਹ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਹਨ। ਮੈਂ ਇੱਕ ਵਾਰ ਦੋਵਾਂ ਨੂੰ ਤੇ ਨਾਲ ਸਾਡੇ ਗੱਲਬਾਤ ਕਰਨ ਵਾਸਤੇ ਜੁੜੇ ਹੋਏ ਹਨ ਇੰਦਰ ਸਿੰਘ ਜੀ ਜਿਹਦੇ ਉੱਤੇ ਅਟੈਕ ਹੋਇਆ, ਉਸਦੇ ਪਿਤਾ ਜੀ ਸਰਦਾਰ ਸੁਰਿੰਦਰ ਸਿੰਘ ਜੀ, ਉਹ ਵੀ ਸਾਡੇ ਨਾਲ ਇਸ ਵੇਲੇ ਲਾਈਨ ਤੇ ਜੁੜੇ ਹੋਏ ਹਨ। ਸੋ ਆਓ ਮੈਂ ਸਭ ਤੋਂ ਪਹਿਲਾਂ ਸਭ ਨੂੰ ਫਤਿਹ ਜਿਹੜੀ ਬੁਲਾਵਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਤੁਹਾਡਾ ਸਭ ਦਾ ਜੀ ਬਹੁਤ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਜਿਵੇਂ ਕਿ ਪਿਛਲੇ ਦਿਨੀ ਖਬਰ ਆ ਰਹੀ ਹੈ, ਨਿਊਜ਼ ਆ ਰਹੀ ਹੈ ਜੀ ਕਿ ਇੰਦਰ ਸਿੰਘ ਨੌਜਵਾਨ ਸਿੱਖ ਨੌਜਵਾਨ ਦੇ ਉੱਤੇ ਜੋ ਇੱਕ ਹਮਲਾ ਕੀਤਾ ਗਿਆ ਉੱਥੇ ਦੇ ਲੋਕਾਂ ਦੇ ਵੱਲੋਂ, ਕੁਝ ਹਜੂਮ ਦੇ ਵੱਲੋਂ, ਕੀ ਸਾਰੀ ਕਹਾਣੀ ਆ। ਉਹਨਾਂ ਦੇ ਪਿਤਾ ਜੀ ਸਰਦਾਰ ਸੁਰਿੰਦਰ ਸਿੰਘ ਜੀ ਉਹ ਸਾਡੇ ਨਾਲ ਜੁੜੇ ਹੋਏ ਨੇ ਇਸ ਵੇਲੇ। ਸਭ ਤੋਂ ਪਹਿਲਾਂ ਆਪਾਂ ਉਹਨਾਂ ਦੀ ਜਵਾਨੀ ਇਹ ਗੱਲ ਸੁਣੀਏ ਕਿ ਕੀ ਕਹਾਣੀ ਆ, ਕਿਵੇਂ ਅਟੈਕ ਕੀਤਾ ਗਿਆ, ਕੀ ਹੋਇਆ, ਮੌਕੇ ਤੇ ਕੀ ਗੱਲ ਹੋਈ ਆ, ਉਹ ਦੱਸਣਗੇ। ਸੁਰਿੰਦਰ ਸਿੰਘ ਜੀ ਤੁਹਾਡਾ ਅਸੀਂ ਬਹੁਤ ਨਿੱਘਾ ਸਵਾਗਤ ਕਰਦੇ ਹਾਂ ਜੀ। ਤੁਸੀਂ ਆਪ ਆਪਣੇ ਜਵਾਨੀ ਜ਼ਰੂਰ ਇਹ ਗੱਲ ਦੱਸੋ ਸਾਡੇ ਦਰਸ਼ਕਾਂ ਨੂੰ ਕਿ ਉਸ ਦਿਨ ਕੀ ਹੋਇਆ, ਕਿਵੇਂ ਅਟੈਕ ਹੋਇਆ ਜਾਂ ਕਿੱਥੋਂ ਇਹ ਸ਼ੁਰੂ ਹੋਈ ਗੱਲ, ਸਾਰੀ ਸਾਡੇ ਦਰਸ਼ਕਾਂ ਨੂੰ ਵਿਸਥਾਰ ਦੇ ਨਾਲ ਤੁਸੀਂ ਦੱਸੋ ਜੀ। ਸਾਰੀ ਗੱਲ ਤੁਹਾਨੂੰ ਦੱਸਦਾ ਮੈਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ ਫਤਿਹ ਜੀ। 2 ਤਰੀਕ ਨੂੰ ਮੇਰਾ ਬਰਥਡੇ ਸੀਗਾ ਜੀ। ਬਰਥਡੇ ਤੇ ਮੇਰੇ ਮੁੰਡੇ ਨੇ ਕਿਹਾ ਮੈਨੂੰ, ਡੈਡੀ ਬਰਥਡੇ ਆਪਾਂ ਨਹੀਂ ਮਨਾਉਣਾ ਹੈ, लॉकडाउन चालू है, देश अपने बहुत टाइम खराब चल रहा है, ਆਪਾਂ ਤੁਹਾਡੇ ਬਰਥਡੇ ਤੇ ਮਾਸ ਲੋਕਾਂ ਨੂੰ ਮਾਸ ਵਟਾਂਗੇ ਦੇਵਾਂਗੇ, ਜੋ ਮਾਸ ਨਹੀਂ ਲਾਉਂਦਾ ਆਪਾਂ ਉਹਨਾਂ ਦੇ ਮੂੰਹ ਤੇ ਮਾਸ ਲਾਵਾਂਗੇ। मैं कहा ठीक है बेटा, चंगी गल है। वो मास लेके आया, 2-2.5 हज़ार मास लेके आया। आके ਉਹਨੇ ਮਾਸ ਵੱਡੇ 2 ਤਰੀਕ ਨੂੰ, ਥੋੜੇ ਮਾਸ ਬਚ ਗਏ ਸੀਗੇ ਜੀ। ਦੂਜੇ ਦਿਨ ਮਾਸ ਵੀ ਲੈ ਕੇ ਸਵੇਰੇ ਨਿਕਲੇ ਆਓ। तो मैं ਉਹਨੂੰ ਪੁੱਛਿਆ ਕਿੱਥੇ ਲੈ ਕੇ ਜਾ ਰਹਾ ਹੈ। ਮੈਨੂੰ ਕਹਿੰਦਾ ਡੈਡੀ ਸਵੇਰੇ ਜਿੱਥੇ ਪਬਲਿਕ ਲੈਟਰਿਨ ਹੁੰਦੀ ਨਾ, ਉਹ ਲੈਟਰਿਨ ਦੇ ਬੰਦੇ ਆਉਂਦੇ, ਉਹਨਾਂ ਦੇ ਮੂੰਹ ਤੇ ਮਾਸ ਨਹੀਂ ਹੁੰਦਾ, ਉਹਨਾਂ ਨੂੰ ਦੂੰਗਾ जी। ठीक है चलो जाओ। तो मास्क लेके गया। मास्क होने बहुत जितने 1-2-4 मुंडे बैठे थे, उन्होंने मुंह पे मास्क नहीं सीगा। तो उन्होंने कहा कि भाई चेंबूर पीएल लोखंडे मार्ग 109 कोरोना पेशेंट हो गए हैं। तो हिंदी में बोला आप लोग ध्यान क्यों नहीं रख रहा अपने ऊपर, आप लोग ऐसा सुबह बाहर रोड पे बैठा है बिना मास्क का, अच्छा लग रहा है कि आपको, आप मास्क लगाओ ना। तो उन्होंने क्या कि तू सरकार कौन है बोलने वाला हम लोग को, तू तेरा देख, तू हम मास्क लगाए नहीं लगे, तू कौन, तू क्या बड़ा ये हो गया क्या। तो बोला ठीक है। मुंडे ने क्या कि उन्हें कुछ नहीं बोले। तो छोटा मुंडा से क्या मेरा नाल उन्होंने क्या मेरा भाई तुम लोग अच्छा बात कर रहा है और तुम लोग उल्टा बात कर रहा है, तुम लोग कुछ गलत बोला कि मास्क आज जो पूरे वर्ल्ड के अंदर कोरोना इतना ये हो गया है, कोरोना से कितने लोग मर गए, कितने लाखों लोग हैं, और तुम लोग को उसका थोड़ा भी परवाह नहीं है। तो बोलता हमको परवाह नहीं है, तू भी ज्यादा मत बोल, चल तू भी निकल। वही मेरे मुंडे ने धक्का विक्का दिता। तो मैनू फोन आया वहाँ कि आपके लड़के लोग का कुछ झगड़ा हो रहा है। तो मैं उतर गया। मैं बोला क्या हो गया, बोला कैसे हो गया। तो मैं उन्होंने को माफी मांगी। अच्छा। मेरे बेटे ने कुछ बोल रहा था तो मेरे को माफ कर दो, बस उधर ही गल खत्म हो गई। बस आ गए। फिर शाम को मेरा मुंडा 8 बजे घरे बैठा थीगा। मैंने पूछा किधर जा रहा है बंटी। तो कहता डैडी किचन जा रहा है, बाहर बैठा है। ठीक है, छेती आ गया। उन्होंने जाके 10 मिनट भी नहीं हुई थी,
ਉਹਦੇ ਜੌਕ ਦੋ ਜੌਕ ਉਹਨੂੰ, ਇੱਕ 1.5 ਸਾਲ ਦਾ ਮੁੰਡਾ, ਇੱਕ 3 ਸਾਲ ਦਾ ਮੁੰਡਾ ਹੈ। ਉਹਨਾਂ ਦੇ ਨਾਲ ਮੈਂ ਖੇਲ ਮਸਕਰੀ ਉਸਕਰੀ ਕਰਕੇ ਖੇਲਣਾ ਬੈਠ ਗਿਆ ਮੈਂ। ਇੰਨੇ 'ਚ ਮੈਨੂੰ ਇੱਕਦਮ ਜ਼ੋਰਾਤ ਆਵਾਜ਼ ਆਈ। ਮੈਂ ਕਿਹਾ ਮੇਰੇ ਮੁੰਡੇ ਦਾ ਆਵਾਜ਼ ਹੈਗਾ। ਮੈਂ ਬਾਹਰ ਜਾ ਕੇ ਦੇਖਿਆ ਤਾਂ 50-60 ਮੁੰਡੇ ਸਾਰੇ ਨਸ਼ੇੜੀ, ਸਾਰੇ ਨੇ ਨਸ਼ਾ ਕੀਤਾ ਹੋਇਆ ਸੀ। ਅੱਛਾ। ਮੇਰਾ ਮੁੰਡਾ ਥੱਲੇ, ਉੱਪਰੋਂ ਮਾਰ ਰਹੇ ਹੋ। मैं एकदम जो मैं बोलिया, मैं बोले क्या कर रहे हैं। इनमें से मेरा जो बड़ा मुंडा आ गया, कीर्ति सिंह राणा होता नाम है। उन्होंने क्या मेरे भाई को मार डाला, मेरे भाई को मार डाला, हिंदी में बोल रहे। तो उन्होंने मुंडे ने एकदम फड़ के रोन लग गया। तो उन्होंने की किया, ਉਹਨੂੰ ਵੀ ਮਾਰਿਆ। ਉਹਨਾਂ ਦੇ ਕੋਲ ਹਾਕੀ ਸੀ, ਸਟੈਂਡ ਸੀਗੇ, ਉਹਦੇ ਨਾਲ ਉਹਨੂੰ ਵੀ ਗਿਆ। ਬਾਅਦ 'ਚ ਉਹਦੇ ਵੀ ਸਰ ਤੇ ਤਲਵਾਰ ਇੱਕ ਮੈਂ ਫੜਿਆ ਤਾਂ ਉਹ ਭੱਜ ਗਏ। ਫਿਰ ਉਹਦੇ ਬਾਅਦ ਮੁੰਡੇ ਨੂੰ ਚੱਕਿਆ ਸੀ, ਹਸਪੀਟਲ ਲੈ ਗਏ। ਇਹ ਗੱਲ ਹੋ ਗਈ ਸੀ ਬਸ, ਸਿਰਫ ਮਾਸ ਦੀ। ਇਹ ਤੁਹਾਡੇ ਘਰ ਦੇ ਅੱਗੇ ਦਾ, ਤੁਹਾਡੇ ਘਰ ਦੇ ਨੇੜੇ ਦਾ ਵਾਕਿਆ ਹੈ? ਹਾਂ, ਨੇੜੇ ਦਾ, ਇੱਕਦਮ ਨੇੜੇ ਦਾ। ਉਹਨਾਂ ਨੇ ਤੁਹਾਡੇ ਘਰ ਵੱਲ ਨੂੰ ਆ ਕੇ ਫੇਰ ਆ ਕੇ ਅਟੈਕ ਕੀਤਾ ਉੱਥੇ? ਹਾਂ, ਫਿਰ ਆ ਕੇ ਅਟੈਕ ਕੀਤਾ, ਕੱਲੇ ਦੇ ਉੱਪਰ। ਕੱਲੇ ਦੇ ਉੱਪਰ ਅਟੈਕ ਕੀਤਾ। ਤੁਸੀਂ ਇੱਦਾਂ ਦੀ ਲਾਈਨ ਤੇ ਸਾਡੇ ਨਾਲ ਬਣੇ ਰਹੋ। ਮੈਂ ਸਰਦਾਰ ਜਸਪਾਲ ਸਿੰਘ ਜੀ, ਇੰਜੀਨੀਅਰ ਸਾਹਿਬ, ਤੁਸੀਂ ਜੋ ਬੀਜੇਪੀ ਦੇ ਮਿਨੋਰਟੀ ਸੈੱਲ ਦੇ ਵਾਈਸ ਪ੍ਰੈਜ਼ੀਡੈਂਟ ਵੀ ਹੋ ਮਹਾਰਾਸ਼ਟਰ ਦੇ ਵਿੱਚ, ਗੋਵਿੰਦੀਆ ਜ਼ਿਲ੍ਹੇ ਦੇ ਵਿੱਚ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਇੱਕ ਪਾਸੇ ਤੇ ਜ਼ਿੰਦਗੀ ਬਚਾਈ ਜਾ ਰਹੀ ਆ, ਜਦ ਕਿ ਉਹਨਾਂ ਨੂੰ ਇਹ ਗੱਲ ਕਹੀ ਗਈ ਕਿ ਤੁਸੀਂ ਮਾਸਕ ਪਹਿਨੋ ਭਾਈ, ਕਿਉਂਕਿ ਕਰੋਨਾ ਤੋਂ ਬਚਾਓ ਵਾਸਤੇ ਹਰ ਬੰਦਾ ਲੱਗਾ ਹੋਇਆ ਇਸ ਵੇਲੇ ਸਾਰੀ ਦੁਨੀਆ ਦੇ ਵਿੱਚ। ਤੇ ਤੁਸੀਂ ਆਪਣੇ ਜਵਾਨੀ ਕੀ ਕਹਿਣਾ ਚਾਹੋਗੇ ਇਸ ਵਾਕਿਆ ਬਾਰੇ? ਮੈਂ ਉਹਨਾਂ ਨੇ ਗੱਲ ਤੇ ਜੇ ਹੈਲੋ ਮੇਰੇ ਖਿਆਲ ਜੀ ਉਹਨਾਂ ਨਾਲ ਸੰਪਰਕ ਸਾਡਾ ਨਹੀਂ ਹੋਇਆ। ਤੇ ਮੈਂ ਹਰਿੰਦਰ ਸਿੰਘ ਵੱਲ ਉਹਨਾਂ ਚਲੇ ਜਾਂਦਾ। ਹਰਿੰਦਰ ਸਿੰਘ ਜੀ, ਇਸ ਵਾਕਿਆ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬਿਲਕੁਲ ਗਿਆਨੀ ਜੀ, ਬੜੀ ਜੀ 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 ਉਹਨਾਂ ਦੀ ਆਵਾਜ਼ ਨਹੀਂ ਆ ਰਹੀ, ਜਸਪਾਲ ਸਿੰਘ ਉਹਨਾਂ ਦੀ। ਸਹੀ। ਹਰਿੰਦਰ ਸਿੰਘ ਜੀ, ਹਾਂਜੀ ਤੁਸੀਂ ਦੱਸਿਓ। ਬਿਲਕੁਲ ਗਿਆਨੀ ਜੀ, ਮੈਂ ਦੱਸ ਰਿਹਾ ਸੀਗਾ ਕਿ ਬੜੀ ਇੱਕ ਗਲਤ ਗੱਲ ਆ ਕਿ ਜੇ ਤੁਹਾਨੂੰ ਕੋਈ ਬੰਦਾ ਸਹੀ ਗਾਈਡ ਕਰ ਰਿਹਾ ਆ, ਤੁਹਾਨੂੰ ਦੱਸ ਰਿਹਾ ਆ ਕਿ ਮਾਸਕ ਜਿਹੜਾ ਆ ਉਹ ਪਹਿਨ ਕੇ ਚੱਲੋ, ਕਿਉਂਕਿ ਸਰਕਾਰ ਦੇ ਵੱਲੋਂ ਵੀ ਇਹ ਦਿਸ਼ਾ ਨਿਰਦੇਸ਼ ਜਿਹੜੇ ਆ ਉਹ ਦਿੱਤੇ ਗਏ ਆ ਕਿ ਹਰੇਕ ਬੰਦੇ ਨੇ ਮਾਸਕ ਜਿਹੜਾ ਆ ਉਹ ਪਹਿਨਣਾ। ਮਾਸਕ ਤੋਂ ਬਿਨਾਂ ਕਿਸੇ ਨੇ ਵੀ ਜਿਹੜਾ ਆ ਉਹ ਆਪਣੇ ਘਰ ਤੋਂ ਬਾਹਰ ਨਹੀਂ ਨਿਕਲਣਾ। ਸੜਕ ਦੇ ਉੱਤੇ ਮਾਸਕ ਤੋਂ ਬਿਨਾਂ ਕੋਈ ਫਿਰਦਾ ਜਿਹੜਾ ਆ ਉਹ ਨਜ਼ਰ ਨਾ ਆਵੇ। ਸੋ ਇਸ ਦੇ ਉੱਤੇ ਹੀ ਜਿਹੜਾ ਆ ਉਹ ਇੰਦਰ ਸਿੰਘ ਰਾਣਾ ਜਿਹੜਾ ਸਾਡਾ ਵੀਰ ਸੀਗਾ, ਉਹਨੇ ਇਹਨਾਂ ਲੋਕਾਂ ਨੂੰ ਕਿਹਾ ਕਿ ਤੁਸੀਂ ਜਿਹੜਾ ਮਾਸਕ ਆ ਉਹ ਪਾ ਕੇ ਤੇ ਫਿਰ ਤੁਸੀਂ ਜਿਹੜਾ ਆ ਉਹ ਸੜਕ ਦੇ ਉੱਤੇ ਆਓ। ਤਾਂ ਇੰਨੀ ਕੁ ਗੱਲ ਦਾ ਮੈਂ ਸਮਝਦਾ ਆ ਕਿ ਇੰਨਾ ਵੱਡਾ ਗੁੱਸਾ ਕਰ ਲੈਣਾ ਜਾਂ ਇਸ ਗੱਲ ਨੂੰ ਗਲਤ ਮੰਨਣਾ ਕਿ ਮੈਨੂੰ ਇੰਨੀ ਗੱਲ ਕਹਿਣ ਵਾਲਾ ਇਹ ਕੌਣ ਹੁੰਦਾ ਆ। ਮੈਂ ਸਮਝਦਾ ਕਿ ਸਨਕੀ ਕਿਸਮ ਦੇ ਵਿਅਕਤੀ ਸੀਗੇ, ਜਿਸ ਵਿਅਕਤੀ ਦਾ ਨਾਮ ਜਿਹੜਾ ਆ ਰਿਹਾ, 4 ਲੋਕਾਂ ਨੂੰ ਕਹਿੰਦੇ ਆ ਕਿ ਗ੍ਰਿਫਤਾਰ ਵੀ ਕੀਤਾ ਗਿਆ। ਸਲੀਮ ਸਦੀਕੀ ਨਾਮ ਦਾ ਇਹ ਵਿਅਕਤੀ ਕਹਿੰਦੇ ਆ ਜਿਹੜਾ ਇੱਥੇ ਕਾਫੀ ਵੱਡੀ ਗਿਣਤੀ 'ਚ ਮੁੜ ਕੇ ਇਹਨਾਂ ਦੇ ਘਰ ਦੇ ਬਾਹਰ ਜਿਹੜਾ ਆ ਉਹ ਰਾਤ ਨੂੰ ਆ ਜਾਂਦਾ, ਸ਼ਾਮ ਨੂੰ। ਤਾਂ ਅਟੈਕ ਜਿਹੜਾ ਆ ਉਹ ਇੰਦਰ ਸਿੰਘ ਰਾਣਾ ਦੇ ਉੱਤੇ ਕੀਤਾ ਜਾਂਦਾ ਆ। ਸੋ ਇਹ ਇੱਕ ਬੜੀ ਹਾਸੋਹੀਣੀ ਗੱਲ ਆ ਕਿ ਇੱਕ ਨਿੱਕੀ ਜੀ ਗੱਲ ਨੂੰ ਲੈ ਕੇ ਏਡੀ ਵੱਡੀ ਜਿਹੜੀ ਇਸ਼ੂ ਬਣਾ ਕੇ ਤੇ ਗੁੰਡੇ ਇਕੱਠੇ ਕਰਕੇ ਇਸ ਤਰ੍ਹਾਂ ਦੇ ਨਾਲ ਇੱਕ ਵਿਅਕਤੀ ਦੇ ਉੱਤੇ ਅਟੈਕ ਕਰਨਾ, ਜਿਹੜਾ ਕਿ ਤੁਹਾਨੂੰ ਸਹੀ ਗੱਲ ਦੱਸ ਰਿਹਾ ਆ ਕਿ ਤੁਸੀਂ ਮਾਸਕ ਪਾ ਕੇ ਨਿਕਲੋ। ਸੋ ਇਹ ਤੇ ਮੈਂ ਚਾਹੁੰਦਾ ਹਾਂ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਨੂੰ ਵੀ ਜਿਹੜੇ ਲੋਕ ਨਹੀਂ ਮੰਨ ਰਹੇ ਇਸ ਮਾਮਲੇ ਦੇ ਵਿੱਚ, ਜਦੋਂ ਹੁਣ ਇੰਦਰ ਸਿੰਘ ਰਾਣਾ ਦੇ ਉੱਤੇ ਅਟੈਕ ਕੀਤਾ ਗਿਆ ਆ, ਤਾਂ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਸਰਕਾਰ ਨੂੰ, ਸਖਤ ਐਕਸ਼ਨ ਜਿਹੜਾ ਜਾਏ ਲੋਕਾਂ ਦੇ ਖਿਲਾਫ ਲੈਣਾ ਚਾਹੀਦਾ। ਇਹ ਤਾਂ ਸਿੱਧੇ ਤੌਰ ਦੇ ਉੱਤੇ ਜਿਹੜਾ ਹੈਗਾ ਆ ਡਿਜ਼ਾਸਟਰ ਦੇ ਸਮੇਂ ਦੇ ਉੱਤੇ ਜਿਹੜੀਆਂ ਧਾਰਾਵਾਂ ਲੱਗਦੀਆਂ ਉਹ ਲਗਾਉਣੀਆਂ ਚਾਹੀਦੀਆਂ, ਜਿਨ੍ਹਾਂ ਦੀ ਇਹ ਉਲੰਘਣਾ ਕਰਕੇ ਪਹਿਲਾਂ ਹੀ ਮਾਸਕ ਤੋਂ ਬਿਨਾਂ ਘੁੰਮ ਰਿਹਾ ਆ। ਸੋ ਉਸ ਹਿਸਾਬ ਦੇ ਨਾਲ ਇਹਨਾਂ ਦੇ ਉੱਤੇ ਸਖਤ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਆ। ਜਿਹੜੇ ਇਸ ਤਰੀਕੇ ਦੇ ਨਾਲ ਇੱਕ ਵਿਅਕਤੀ ਜਿਹੜਾ ਉਹਨਾਂ ਨੂੰ ਸਹੀ ਗਾਈਡ ਕਰ ਰਿਹਾ ਆ, ਤਾਂ ਉਹਨੂੰ ਹੀ ਗਲਤ ਤਰੀਕੇ ਦੇ ਨਾਲ ਬੋਲ ਰਿਹਾ ਆ ਤੇ ਇੱਥੋਂ ਤੱਕ ਕਿ ਉਹਦੇ ਉੱਤੇ ਅਟੈਕ ਕਰਕੇ ਉਸਨੂੰ ਗੰਭੀਰ ਜ਼ਖਮੀ ਜਿਹੜਾ ਕਰ ਦਿੱਤਾ, ਜਿਹੜਾ ਕਿ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਆ। ਜੀ ਸੁਰਿੰਦਰ ਸਿੰਘ ਜੀ, ਤੁਸੀਂ ਸਾਡੇ ਨਾਲ ਲਾਈਨ ਤੇ ਹੋ ਬਣੇ ਹੋ? ਸੁਰਿੰਦਰ ਸਿੰਘ ਜੀ, ਹੈਲੋ।
ਹਾਂਜੀ हाँ जी। ਸੁਰਿੰਦਰ ਸਿੰਘ ਜੀ, ਕੀ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਿਵੇਂ ਕਿ ਉਹਨਾਂ ਨੇ ਇੱਕ ਤੇ ਬੱਚਾ ਤੁਹਾਡਾ ਇੰਦਰ ਸਿੰਘ ਹੈ ਰਾਣਾ ਜਿਹੜਾ, ਉਹਨੇ ਤੇ ਇੱਕ वीर जी, ਕਰੋਨਾ ਵਾਇਰਸ ਤੋਂ ਬਚਣ ਦੀ ਗੱਲ ਕੀਤੀ ਆ, ਬਚਾਓ ਵਾਸਤੇ ਉਹਨੇ ਗੱਲ ਕਹੀ ਆ, ਲੇਕਿਨ ਉਹਨਾਂ ਨੇ ਆ ਕੇ ਜੇ ਨਰਮਾ ਗਰਮੀ ਕੁਝ ਹੋਈ ਆ ਤੇ ਉਹਨਾਂ ਨੇ ਤੁਹਾਡੇ ਘਰ ਦੇ ਅੱਗੇ ਆ ਕੇ ਅਟੈਕ ਕੀਤਾ ਵਾ। ਤੁਸੀਂ ਮੰਗ ਕਿਹੜੀ ਕਰਦੇ ਆ ਪ੍ਰਸ਼ਾਸਨ ਤੋਂ? मैं मांग मेरी यही है, उन्होंने जमानत नहीं होनी चाहिए बस। ਹੂੰ 120 का कलम उन्होंने ऊपर आना चाहिए। ਹੂੰ वीर जी, लॉकडाउन शुरू हुआ है ना, उस वेले तो अज का दिन मैं रोज मैं 2-2.5 बंदे नू रोटी पानी मैं देंदा जाके। मेरे को पूरा वीडियो है। ਹੂੰ गरीब बंदियां नू जाके मैं खुद सवेरे गुरुद्वारे जांदा, मैं सिंधी कैंप चेंबूर कैंप गुरुद्वारे, उत्थों जी। जो भी खिचड़ी जो भी मिली रोज सवेरे 1000-1500, शाम नू भी 1000-1500, और शाम नू जो होंदा मुस्लिम लोगों का रोजा खोलन का टाइम, उस वेले उन्होंने केले दुध ना लस्सी वो भी जाके मैं सारे को ये करदा है। मेरे को टोटल मेरे को फोटो है मेरे। इन्नी सेवा असी करते ने, असी कदे मन च नहीं लाया कि ये देखो साढ़े ना कभी जात नहीं देखी, पात नहीं देखी, सारे अपने हैं, बस इंसानियत देखी, बस सारे दूसरा कुछ नहीं। मेरे बच्चे से ना इंसानियत हैवान भी नहीं करूंगा। थोड़ा जिहा मन नूं तगड़ा रखो, थोड़ा जिहा हौसला करके गल करो। देखो ਇਹਦੇ ਵਾਸਤੇ ਪ੍ਰਸ਼ਾਸਨ ਕਾਨੂੰਨ ਜਿਹੜਾ ਉਹ ਬਿਲਕੁਲ ਤੁਹਾਡੇ ਵੱਲ ਹੋਏਗਾ ਤੇ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਆ, ਕਿਉਂਕਿ ਕਾਕਾ ਇੰਦਰਪਾਲ ਸਿੰਘ ਰਾਣਾ ਨੇ ਇੰਨੀ ਗੱਲ ਨੂੰ ਜ਼ਰੂਰ ਕਹੀ ਆ ਕਿ ਤੁਸੀਂ ਮਾਸਕ ਪਾਓ, ਇਹ ਕੋਈ ਬੁਰੀ ਗੱਲ ਨਹੀਂ, ਇਹ ਤੇ ਬਚਾਓ ਵਾਸਤੇ ਉਹਨੇ ਗੱਲ ਕਹੀ ਆ। ਤੇ ਇਸ ਵੇਲੇ ਤੁਸੀਂ ਦੱਸੋਗੇ ਕਿ ਕਾਕਾ ਇੰਦਰ ਸਿੰਘ ਰਾਣਾ ਉਹਦੀ ਹਾਲਤ ਜਿਹੜੀ ਉਹ ਕਿਸ ਤਰ੍ਹਾਂ ਦੀ ਹੈ? कंडीशन खराब है ਉਹਦੀ। ਉਹਦੇ जब अपना ਹੁੰਦਾ ना धड़कन चलती है, ਉਹਦੇ ਵਿੱਚ ਤਲਵਾਰ ਘੁੱਸੀ ਆ ਅੰਦਰ। ਉਹਦਾ ਤਾਂ ਉਹਨੂੰ ਟਾਕੇ ਵੀ ਲੱਗਦੇ ਨਹੀਂ ਹੈ। ਜੇ ਉਹਦੇ ਨਾ ਫੇਫੜੇ ਉਹਦੇ ਤਾਂ ਟਾਕੇ ਵੀ ਲੱਗਦੇ ਨਹੀਂ ਹੈ। ਉਹਦੀ ਬਲੀਡਿੰਗ ਹੁਣ ਵੀ ਚੱਲ ਰਹੀ ਹੈ। ਠੀਕ ਹੈ। ਤੇ ਜਸਪਾਲ ਸਿੰਘ ਜੀ ਤੁਸੀਂ ਸਾਡੇ ਨਾਲ ਜੁੜ ਗਏ ਹੋ? ਜਸਪਾਲ ਸਿੰਘ ਜੀ ਮੇਰੀ ਬਾਤ ਸੁਣ ਰਹੇ ਹੋ? ਮੇਰੇ ਖਿਆਲ ਜਸਪਾਲ ਸਿੰਘ ਹਰਿੰਦਰ ਸਿੰਘ ਆਪਣੇ ਨਾਲ ਅਜੇ ਜੁੜੇ ਨਹੀਂ ਹਨ। ਤੇ ਹਰਿੰਦਰ ਸਿੰਘ ਜੀ ਦੇਖੋ ਕਿ ਇੱਕ ਭਰੇ ਮਨ ਦੇ ਨਾਲ ਇੱਕ ਬਾਪ ਆਪਣੇ ਪੁੱਤਰ ਦੀ ਜਿਹੜੀ ਗੱਲ ਉਹ ਸੁਣਾ ਰਿਹਾ ਵਾ ਇਸ ਮੌਕੇ ਤੇ, ਕਿਉਂਕਿ ਆਪਣੇ ਬਾਪ ਨੂੰ ਪੁੱਤਰ ਕਹਿੰਦੇ ਪਿਆਰੇ ਹੁੰਦੇ ਨੇ, ਕਿਉਂਕਿ ਪੁੱਤਰ ਨੇ ਇੱਕ ਜਾਨ ਬਚਾਉਣ ਵਾਸਤੇ ਉਹਨੂੰ ਮਾਸਕ ਪਾਉਣ ਵਾਸਤੇ ਉਹਨੂੰ ਬੇਨਤੀ ਕੀਤੀ ਬੜੇ ਪਿਆਰ ਦੇ ਨਾਲ। ਤੇ ਹੁਣ ਇਸ ਵੇਲੇ ਭਰੇ ਹੋਏ ਮਨ ਦੇ ਨਾਲ ਉਹ ਸਾਨੂੰ ਆਪਣਾ ਦੁੱਖੜਾ ਜਿਹੜਾ ਉਹ ਸੁਣਾ ਰਹੇ ਨੇ। ਕੀ ਕਹਿਣਾ ਚਾਹੋਗੇ? ਸਮਝਦਾ ਜਿਸ ਬਕਿਰਕੀ ਦੇ ਨਾਲ ਇਹਨਾਂ ਲੋਕਾਂ ਨੇ ਇੰਦਰ ਸਿੰਘ ਰਾਣਾ ਦੇ ਉੱਤੇ ਅਟੈਕ ਕੀਤਾ ਆ, ਬਹੁਤ ਹੀ ਮਾੜੇ ਤਰੀਕੇ ਨਾਲ ਅਟੈਕ ਕੀਤਾ ਆ ਕਿ ਇੱਥੋਂ ਤੱਕ ਕਿ ਉਹਨਾਂ ਦੀ ਜਾਨ ਦਾ ਖਤਰਾ ਜਿਹੜਾ ਆ ਉਹ ਬਣਿਆ ਹੋਇਆ ਆ। ਤੇ ਬਹੁਤ ਹੀ ਜ਼ਿਆਦਾ ਕਹਿੰਦੇ ਆ ਕਿ ਤਲਵਾਰਾਂ ਤੇ ਚਾਕੂਆਂ ਦੇ ਨਾਲ ਕਾਫੀ ਜ਼ਿਆਦਾ ਜਿਹੜਾ ਕੱਟ ਆ ਉਹ ਲੱਗੇ, ਇੱਥੋਂ ਤੱਕ ਕਿ ਉਹਨਾਂ ਦਾ ਜਿਹੜਾ ਛੋਟਾ ਭਰਾ ਸੀਗਾ ਕੀਰਤੀ ਸਿੰਘ, ਉਹ ਵੀ ਉੱਥੇ ਜਦੋਂ ਬਚਾਉਣ ਵਾਸਤੇ ਵਿੱਚ ਕੁੱਦਿਆ ਤਾਂ ਉਹਦੇ ਉੱਤੇ ਵੀ ਸਗੋਂ ਇਹਨਾਂ ਲੋਕਾਂ ਨੇ ਜਿਹੜਾ ਆ ਉਹ ਅਟੈਕ ਕਰਨਾ ਸ਼ੁਰੂ ਕਰ ਦਿੱਤਾ। ਸੋ ਇਹ ਮੈਂ ਸਮਝਦਾ ਕਿ ਇਸ ਤਰ੍ਹਾਂ ਦੇ ਲੋਕ ਜਿਹੜੇ ਆ ਇਹ ਆਪਣੇ ਆਪ ਦੇ ਵਿੱਚ ਪਤਾ ਨਹੀਂ ਕੀ ਸਮਝਦੇ ਆ, ਜਾਂ ਜਿਵੇਂ ਉਹ ਦੱਸ ਰਹੇ ਆ ਭਾਈ ਸਾਹਿਬ ਸਰਦਾਰ ਸੁਰਿੰਦਰ ਸਿੰਘ ਹੁਰੀ ਕਿ ਇਹ ਲਗਾਤਾਰ ਜਿਹੜਾ ਆ ਉਹ ਸੇਵਾ ਵੀ ਕਰਦੇ ਆ, ਕੁਝ ਲੋਕਾਂ ਨੂੰ ਜਿਹੜਾ ਖਾਣਾ ਵਾ ਉਹ ਵੀ ਖਵਾਉਂਦੇ ਆ। ਸੋ ਸਿੱਖ ਜਿਹੜਾ ਆ ਇਹ ਤਾਂ ਆਪਣੇ ਧਰਮ ਦੇ ਮੁਤਾਬਕ ਜਿਹੜਾ ਆ ਅੱਛੇ ਤਰੀਕੇ ਦੇ ਨਾਲ ਜਿਹੜਾ ਆ ਉਹ ਚੱਲ ਰਿਹਾ ਆ ਕਿ ਜਾਤ ਪਾਤ ਦਾ ਕੋਈ ਵੀ ਅਜਿਹਾ ਹੈ ਨਹੀਂਗਾ ਕਿ ਅਸੀਂ ਇਹਨਾਂ ਨੂੰ ਛਕਾਉਣਾ ਤੇ ਇਹਨਾਂ ਨੂੰ ਨਹੀਂ ਛਕਾਉਣਾ। ਸੋ ਇਹ ਇੱਕ ਬੜੇ ਹੀ ਮੈਨੂੰ ਲੱਗਦਾ ਕਿ ਗੁੰਡੇ ਕਿਸਮ ਦੇ ਵਿਅਕਤੀ ਜਿਨ੍ਹਾਂ ਨੇ ਇੱਕ ਜਾਨਲੇਵਾ ਹਮਲਾ ਹੀ ਕਰ ਦਿੱਤਾ ਤੇ ਬੁਰੀ ਤਰ੍ਹਾਂ ਦੇ ਨਾਲ ਇੰਦਰ ਸਿੰਘ ਰਾਣਾ ਜਿਹੜੇ ਆ ਉਹਨਾਂ ਨੂੰ ਜ਼ਖਮੀ ਕਰ ਦਿੱਤਾ। ਸੋ ਅਸੀਂ ਤੇ ਇਹੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਕਰੇ ਕਿ ਉਹਨਾਂ ਦੀ ਜਿਹੜੀ ਆ। ਹਰਿੰਦਰ ਸਿੰਘ ਜੀ ਆਪਣੇ ਨਾਲ ਜਸਪਾਲ ਸਿੰਘ ਜੀ ਜੁੜ ਗਏ ਨੇ। ਜਸਪਾਲ ਸਿੰਘ ਜੀ, ਜੋ ਗੱਲਬਾਤ ਸਰਦਾਰ ਸੁਰਿੰਦਰ ਸਿੰਘ ਜੀ ਨੇ ਦੱਸੀ ਆ ਕਿ ਉਹਨਾਂ ਦੇ ਲੜਕੇ ਇੰਦਰਪਾਲ ਸਿੰਘ ਦੇ ਵੱਲੋਂ ਇੱਕ ਮਾਸਕ ਪਹਿਨਣ ਵਾਸਤੇ ਕਹੀ ਗਈ ਗੱਲ ਜਿਹੜੀ ਕਿ ਮਾੜੀ ਨਹੀਂ, ਦੁਨੀਆ ਦੇ ਬਚਾਓ ਦੇ ਵਿੱਚ ਇੱਕ ਉਹਨਾਂ ਨੇ ਇਹ ਗੱਲ ਕਹੀ ਆ ਕਿ
ਕਰੋਨੇ ਤੋਂ ਬਚਾਅ ਹੋ ਜਾਏ। ਉਹਨਾਂ ਨੇ ਤੇ ਇੱਕ ਇਨਸਾਨੀਅਤ ਦੇ ਨਾਤੇ, ਮਨੁੱਖਤਾ ਦੇ ਨਾਤੇ ਇਹ ਗੱਲ ਕਹੀ ਆ, ਪਰ ਉਹਦੇ ਉੱਤੇ ਉੱਠ ਕੇ ਅਟੈਕ ਕੀਤਾ, ਉਸ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕੀਤਾ। ਸਭ ਤੋਂ ਪਹਿਲਾਂ ਤੁਹਾਡਾ ਅਸੀਂ ਸਵਾਗਤ ਬਹੁਤ ਕਰਦੇ ਹਾਂ। ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਸਭ ਤੋਂ ਪਹਿਲੇ ਤਾਂ ਮੈਂ ਸਾਰੀ ਸੰਗਤ ਨੂੰ ਗੁਰੂ ਮਹਾਰਾਜ ਦੀ ਬਖਸ਼ੇ ਫਤਿਹ ਬੁਲਾਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇਹ ਜਿਹੜਾ ਸਾਰਾ ਇਨਸੀਡੈਂਟ ਹੋਇਆ, ਨਾਟ ਓਨਲੀ ਇਨ ਮਹਾਰਾਸ਼ਟਰ, ਪਰ ਸਿੱਖਾਂ ਦੇ ਉੱਤੇ ਅਟੈਕ ਇਸ ਤੋਂ ਪਹਿਲੇ ਵੀ ਹੋਏ ਨੇ। ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜਾ ਮੁੰਡਾ ਸੀ ਉਹ ਤੇ ਸਮਾਜਿਕ ਕਾਰਜ ਕਰ ਰਿਹਾ ਸੀ, ਉਹ ਸੋਸ਼ਲ ਕਾਜ਼ ਵਾਸਤੇ ਉਹਨਾਂ ਨੂੰ ਮਾਸਕ ਪਹਿਨਣ ਵਾਸਤੇ ਕਹਿ ਰਿਹਾ ਸੀ। ਅੱਜ ਕੋਰੋਨਾ ਤੋਂ ਇੰਡੀਆ ਹੀ ਪੂਰਾ ਵਰਲਡ ਜਿਹੜਾ ਹੈ ਉਹ ਇਹਦੇ ਤੋਂ ਅਫੈਕਟਡ ਹੈ। ਬਿਲਕੁਲ। ਉਸ ਮੁੰਡੇ ਨੇ ਚੰਗਿਆਈ ਵਾਸਤੇ ਉਹਨਾਂ ਨੂੰ ਕਿਹਾ ਕਿ ਮਾਸਕ ਤੁਸੀਂ ਬੰਦੋ, ਪਰ ਮੈਂ ਕਹਿੰਦਾ ਕਿ ਇਸ ਤਰ੍ਹਾਂ ਦੇ ਜਿਹੜੇ ਅਸਮਾਜਿਕ ਤੱਤਵ ਨੇ, ਜਿਹੜੇ ਇਸ ਮਾਨਸਿਕਤਾ ਦੇ ਲੋਕ ਨੇ, ਜਿਨ੍ਹਾਂ ਨੇ ਇੰਨਾ ਬੁਰਾ ਇਨਸੀਡੈਂਟ ਉੱਥੇ ਜਿਹੜਾ ਹੋਇਆ ਹੈ, ਮੁੰਡੇ ਨੂੰ ਕਿਰਪਾਨਾਂ ਦੇ ਨਾਲ, ਹਾਕੀ ਸਟਿਕ ਨਾਲ ਉਹਦੇ ਵੱਡੇ ਭਰਾ ਨੂੰ, ਮੁੰਡੇ ਨੂੰ ਮਾਰਿਆ ਹੈ, ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ, ਕਾਨੂੰਨੀ ਕਾਰਵਾਈ ਬਣਨੀ ਚਾਹੀਦੀ ਹੈ। ਔਰ ਜਿਹੜੀ ਮੇਰੀ ਇਨਫੋਰਮੇਸ਼ਨ ਹੈ, ਪੂਰਾ ਕੇਸ ਮਹਾਰਾਸ਼ਟਰ ਤੋਂ ਹੈ, ਮੈਂ ਵੀ ਮਹਾਰਾਸ਼ਟਰ ਤੋਂ ਬਿਲੋਂਗ ਕਰਦਾ, ਤੇ ਇਹਨਾਂ ਦੇ ਉੱਤੇ 307 ਅਟੈਂਪਟ ਟੂ ਮਰਡਰ, 324 ਅਸੌਲਟ ਦਾ ਕੇਸ, 506 504 ਆਈਪੀਸੀ ਦੇ ਤਹਿਤ ਜਿਹੜਾ ਕੇਸ ਦਰਜ ਹੋਇਆ ਹੈ ਜੀ। ਜਿਹੜਾ ਇਹਨਾਂ ਦੇ ਦਾ ਕਹਿਣਾ ਸੀ ਕਿ ਇੱਕ 120 ਵੀ ਜਿਹੜੀ ਹੈ ਦਰਜ ਕਰਨੀ ਚਾਹੀਦੀ ਹੈ, ਔਰ ਇਹਨਾਂ ਨੂੰ ਜ਼ਮਾਨਤ ਨਹੀਂ ਹੋਣੀ ਚਾਹੀਦੀ। ਇਹ ਨਾਨ ਬੇਲੇਬਲ ਆਫੈਂਸ ਇਹਨਾਂ ਦੇ ਉੱਤੇ ਰਜਿਸਟਰਡ ਹੋਣਾ ਚਾਹੀਦਾ, ਕਿਉਂਕਿ ਮਹਾਰਾਸ਼ਟਰ ਦੇ ਵਿੱਚ 144 ਵੀ ਲਾਗੂ ਹੈ। ਇਹ 144 ਆਈਪੀਸੀ 144 ਤੇ ਕਰਫਿਊ ਤੇ ਲੱਗਦੀ ਹੈ। ਤੇ ਇਸ ਬਿਆਨ ਜਿਹੜਾ ਮਹਾਮਾਰੀ ਦਾ ਦੌਰ ਚੱਲ ਰਿਹਾ ਹੈ, ਉਹਦੇ ਵਿੱਚ ਅਗਰ ਆ ਕੇ ਇਸ ਤਰ੍ਹਾਂ ਦਾ ਅਟੈਕ ਕਰਦੇ ਨੇ, ਔਰ ਨਾ ਕੇਵਲ 4 ਤੋਂ 5, ਜਿਹੜਾ ਉਹਨਾਂ ਦਾ ਪਿਤਾ ਜੀ ਦਾ ਸਟੇਟਮੈਂਟ ਹੈ, ਉਹਨਾਂ ਦਾ ਕਹਿਣਾ 30 ਤੋਂ 35 ਬੰਦੇ ਸੀ। ਇਹ ਤੇ ਰਾਈਟ ਤੁਸੀਂ ਕਹਿ ਸਕਦੇ ਹੋ ਕਿ ਪੂਰਾ ਮੌਬ ਅਟੈਕ ਹੈ ਉਹ। ਪੁਲਿਸ ਪ੍ਰਸ਼ਾਸਨ ਨੂੰ, ਮਹਾਰਾਸ਼ਟਰ ਸਰਕਾਰ ਨੂੰ, ਗਵਰਨਮੈਂਟ ਨੂੰ ਇਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਇਹਨਾਂ ਦੇ ਉੱਤੇ। ਔਰ ਇੱਕ ਇਸ ਤਰ੍ਹਾਂ ਦਾ ਮੈਸੇਜ ਜਾਣਾ ਚਾਹੀਦਾ ਹੈ, ਕਿਉਂਕਿ ਸਿੱਖ ਜਿਹੜੇ ਨੇ ਉਹ ਮਾਈਨੋਰਿਟੀ ਹੈ, ਔਰ ਸਿੱਖਾਂ ਦੀ ਗਿਣਤੀ 2% ਤੋਂ ਘੱਟ ਹੈ। ਜਿਹੜੇ ਅੱਜ ਸਾਰੇ ਇੰਡੀਆ ਦੇ ਵਿੱਚ ਕੋਰੋਨਾ, ਨਾ ਕੇਵਲ ਇੰਡੀਆ ਦੇ ਵਿੱਚ, ਅਮਰੀਕਾ, ਇਟਲੀ, ਸਪੇਨ, ਜਿੱਥੇ ਦੇਖੋ ਅੱਜ ਸਿੱਖ ਕਮਿਊਨਿਟੀ ਵੱਧ ਚੜ ਕੇ ਲੰਗਰ ਦੀ ਸੇਵਾ ਕਰ ਰਹੀ, ਸਾਰਾ ਕੁਝ ਕਰ ਰਹੀ ਹੈ। ਜੇ ਕਰਕੇ ਇਹੋ ਜੀ ਮਾਈਨੋਰਿਟੀ ਕਮਿਊਨਿਟੀ ਦੇ ਨਾਲ ਇਸ ਤਰ੍ਹਾਂ ਦਾ ਅਗਰ ਇਨਸੀਡੈਂਟ ਹੋ ਜਾਂਦਾ ਹੈ, ਇਹ ਬਹੁਤ ਦੁਖਦ ਹੈ। ਔਰ ਜਿਹੜਾ ਉਹ ਮੁੰਡਾ ਹੈ, ਉਹ ਹੁਣੇ ਉਹਨੂੰ ਪ੍ਰਾਈਵੇਟ ਹਸਪੀਟਲ ਤੇ ਐਡਮਿਟ ਕਰਵਾਇਆ ਹੈ, ਉਹ ਕ੍ਰਿਟੀਕਲ ਕੰਡੀਸ਼ਨ ਵਿੱਚ ਹੈ। ਇਸ ਤੋਂ ਬਾਅਦ ਉਹ ਬੱਚੇ ਦੀ, ਉਹਨਾਂ ਦੇ ਪਰਿਵਾਰ ਦੀ ਸਿਕਿਉਰਿਟੀ ਵੀ ਜਿਹੜੀ ਹੈ, ਉਹ ਵੀ ਸਰਕਾਰ ਨੂੰ ਪੁਖਤਾ ਕਰਨੀ ਪੈਣੀ ਹੈ। ਇਸ ਤਰ੍ਹਾਂ ਦੇ ਅਟੈਕ ਮਾਈਨੋਰਿਟੀ ਦੇ ਉੱਤੇ ਕਿੰਨੇ ਹੋਣਗੇ, ਇਹ ਸਾਰੀਆਂ ਚੀਜ਼ਾਂ ਸਰਕਾਰ ਨੂੰ ਸੁਨਿਸ਼ਚਿਤ ਕਰਨੀ ਪੈਣੀ ਹੈ ਇਸ ਦੇਸ਼ ਦੇ ਵਿੱਚ। ਅਸੀਂ ਬਾਰ-ਬਾਰ ਇਹੀ ਮੰਗ, ਅਸੀਂ ਬਾਰ-ਬਾਰ ਕਹਿੰਦੇ ਆ, ਸਾਡਾ ਇੱਕ ਸਿੱਖ ਸ਼ਹੀਦ ਹੋ ਗਿਆ, ਸਾਡੇ 2 ਸਿੱਖ ਸ਼ਹੀਦ ਹੋ ਗਏ। ਸਿੱਖਾਂ ਦੀ ਸ਼ਹੀਦੀ ਇੰਨੀ ਸੌਖੀ, ਇੰਨੀ ਆਸਾਨ ਤੁਸੀਂ ਕਰ ਦਿੱਤੀ, ਉਹਨਾਂ ਦੀ ਕੋਈ ਮੁੱਲ ਵੈਲਿਊ ਕੋਈ ਰੱਖੀ ਨਹੀਂ ਹੈ। ਇਹਨਾਂ ਦੇ ਉੱਤੇ ਜੋ ਬਣਦੀ ਕਾਰਵਾਈ ਹੈ, ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ, ਔਰ ਨਾਨ ਬੋਲੇਬਲ ਇਹਨਾਂ ਦੇ ਉੱਤੇ ਆਫੈਂਸ ਜਿਹੜਾ ਉਹ ਰਜਿਸਟਰ ਕਰਨਾ ਚਾਹੀਦਾ ਗਵਰਨਮੈਂਟ ਨੂੰ। ਜਸਪਾਲ ਸਿੰਘ ਜੀ, ਜਸਪਾਲ ਸਿੰਘ ਜੀ, ਇੱਕ ਗੱਲ ਮੈਂ ਤੁਹਾਨੂੰ ਪੁੱਛਣੀ ਚਾਹੁੰਦਾ ਕਿ ਤੁਸੀਂ ਇਸ ਵੇਲੇ ਮਿਨੋਰਟੀ ਸੈੱਲ ਦੇ ਜ਼ਿਲ੍ਹਾ ਗੋਵਿੰਦੀਆ ਦੇ ਮਹਾਰਾਸ਼ਟਰ ਦੇ ਵਿੱਚ ਤੁਸੀਂ ਪ੍ਰਧਾਨ ਵੀ, ਵਾਈਸ ਪ੍ਰੈਜ਼ੀਡੈਂਟ ਹੋ। ਤੁਹਾਡੀ ਇਸ ਵੇਲੇ ਸਰਕਾਰ ਹੈ ਸੈਂਟਰ ਦੇ ਵਿੱਚ, ਤੁਸੀਂ ਕੀ ਮੰਗ ਕਰਦੇ ਹੋ ਕਿ ਇਹੋ ਜਿਹੀਆਂ ਘਟਨਾਵਾਂ ਨੂੰ ਅੱਗੋਂ ਤੋਂ ਵੀ ਰੋਕਿਆ ਜਾ ਸਕੇ? ਤੁਸੀਂ ਆਪਣੀ ਸਰਕਾਰ ਤੋਂ ਕੀ ਮੰਗ ਕਰੋਗੇ? ਨਹੀਂ, ਮੈਂ ਤੇ ਆਪਣੀ ਸਰਕਾਰ ਨੂੰ, ਹੋਰ ਜਿਹੜੇ ਸਾਡੇ ਸਿੱਖ ਆਗੂ ਲੀਡਰ ਸਾਹਿਬਾਨ ਨੇ, ਸਾਰਿਆਂ ਨੂੰ ਮੈਂ ਕਹਿੰਦਾ ਕਿ ਸਿੱਖਾਂ ਦੀ ਸੁਰੱਖਿਆ ਸੁਨਿਸ਼ਚਿਤ ਦੇਸ਼ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਹੈ। ਸਾਡੇ ਗੁਰਦਾਮਾਂ ਦੀ ਔਰ ਸਿੱਖਾਂ ਦੀ ਸੁਰੱਖਿਆ ਸੁਨਿਸ਼ਚਿਤ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਸਿੱਖ ਜਿਹੜੇ ਨੇ ਉਹ 2% ਤੋਂ ਵੀ ਘੱਟ ਨੇ ਜੀ। ਅਗਰ ਇਹੋ ਜਿਹੇ ਇਨਸੀਡੈਂਟ ਹੁੰਦੇ ਨੇ ਤੇ ਹਜ਼ਾਰਾਂ ਦੀ ਭੀੜ ਵਿੱਚ ਤੇ ਕੱਲਾ ਸਿੱਖ ਹੈ, ਅੱਗੇ ਤੇ ਚਲੋ ਠੀਕ ਹੈ, ਉਸ ਮੁੰਡੇ ਦੇ ਉੱਤੇ ਅਟੈਕ ਹੋਇਆ, ਪਰ ਇਹਦੀ ਕੀ ਗਾਰੰਟੀ ਹੈ ਕਿ ਮੁੜ ਕੇ ਉਹ ਫਿਰ ਦੁਬਾਰਾ ਅਟੈਕ ਨਹੀਂ ਕਰਨਗੇ ਇਸ ਮੁੰਡੇ ਦੇ ਉੱਤੇ ਜਾਂ ਇਹਨਾਂ ਦੇ ਪਰਿਵਾਰ ਦੇ ਉੱਤੇ? ਇਹ ਸਾਰੀ ਗੱਲਾਂ ਸਰਕਾਰ ਨੂੰ ਸੁਰੱਖਿਅਤ ਕਰਨੀ ਪੈਣੀ ਹੈ ਜੀ। ਇਹੀ ਸਰਕਾਰ ਤੋਂ ਸਾਡੀ ਮੰਗ ਹੈ। ਮੈਂ ਮਹਾਰਾਸ਼ਟਰ ਗਵਰਨਮੈਂਟ ਤੋਂ ਵੀ ਇਹੀ ਅਪੀਲ ਕਰਾਂਗਾ ਕਿ ਤੁਸੀਂ ਇਹਨਾਂ ਦੇ ਉੱਤੇ ਸਟ੍ਰਿਕਟ ਤੋਂ ਸਟ੍ਰਿਕਟ ਐਕਸ਼ਨ ਲਓ। ਠੀਕ ਹੈ ਜੀ। ਮੈਂ ਸਰਦਾਰ ਸੁਰਿੰਦਰ ਸਿੰਘ ਜੀ, ਤੁਸੀਂ ਕੀ ਮੰਗ ਕਰਦੇ ਹੋ ਕਿ ਜਿਹੜੀਆਂ ਇਹੋ ਜਿਹੇ ਅਟੈਕ ਹੋ ਰਹੇ ਨੇ ਤੁਹਾਡੇ ਜਿਹੜੇ, ਉਹਦੇ ਬਾਰੇ ਤੁਸੀਂ ਸਰਕਾਰ ਦੇ ਕੋਲੋਂ ਕੀ ਮੰਗ ਕਰੋਗੇ, ਜਾਂ ਪ੍ਰਸ਼ਾਸਨ ਦੇ ਕੋਲੋਂ ਤੁਸੀਂ ਸੁਰੱਖਿਆ ਜਿਹੜੀ ਆ ਉਹ ਕਿਹੋ ਜਿਹੀ ਮੰਗ ਕਰੋਗੇ ਕਿ ਇਹੋ ਜਿਹੇ ਹਮਲੇ ਗਾਂ ਤੋਂ ਹੋਣ ਨਾ? ਵੀਰ ਜੀ, ਮੇਰੀ ਇੱਕੋ ਮੰਗ ਹੈ ਕਿ ਵੀਰ ਜੀ
इन्हों का कोई भरोसा नहीं फिर मुड़ के। ये तो इन 50-60 जन, सिर्फ 4 जन बंद है, बाकी जो बाहर है उन्होंने वो मुड़ के फिर कुछ कर सकते हो। ਤੁਹਾਨੂੰ ਇਸ ਗੱਲ ਦਾ ਡਰ ਆ ਕਿ ਮੁੜ ਕੇ ਫੇਰ ਕਰ ਸਕਦੇ ਆ? ਤੁਸੀਂ ਪ੍ਰਸ਼ਾਸਨ ਦੇ ਕੋਲ ਇਹ ਗੱਲ गारंटी ਕਹੀ नहीं है, इन्हों की गारंटी नहीं है। ये नशे करते हैं सारा दिन, वो क्या ब्राउन शुगर ਅੱਛਾ वो लेंदे ने। ਠੀਕ ਹੈ ਜੀ। ਸਾਰਾ ਇਹ ਨਸ਼ੇ ਨਸ਼ਿਆਂ ਕੀਤਾ ਦੇ ਵੀ ਉਹਨਾਂ ਆਦੀ ਤੁਸੀਂ ਇਹ ਗੱਲ ਕਹੀ ਆ ਕਿ ਸਰਕਾਰ ਦੇ ਧਿਆਨ ਦੇ ਵਿੱਚ ਇਹ ਗੱਲ ਹੈਗੀ ਹੈ ਕਿ ਉਹ ਨਸ਼ਿਆਂ ਦੇ ਵੀ ਆਦੀ ਸਾਨੂੰ ਜਿਹੜੇ ਮੁੰਡੇ ਫੜੇ ਨੇ ਜਾਂ ਜਿਨ੍ਹਾਂ ਨੇ ਅਟੈਕ ਕੀਤਾ ਵਾ? फड़े तो जाने चाहिए, तो उन्होंने सानू ना ही पता नहीं। इन्हें पुलिस ने जिन्हें 4 जन फड़िया ना, उन्होंने को पूछना चाहिए कि बाकी कौन कौन सीगे। ਅੱਛਾ हाँ ਹਾਂਜੀ ਹਰਿੰਦਰ ਸਿੰਘ ਜੀ, ਜਿਵੇਂ ਗੱਲ ਕਰ ਰਹੇ ਸਨ ਕਿ ਇੱਕ ਗੱਲ ਕਹੀ ਹੈ ਸੁਰਿੰਦਰ ਸਿੰਘ ਹੋਣਾ ਨੇ ਕਿ ਉਹ ਨਸ਼ੇ ਦੇ ਵੀ ਆਦੀ ਨੇ, ਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਬਹੁਤੇ ਅਟੈਕ ਜਿਹੜੇ गवर्नमेंट बुढ़ाओ ने नशे की चीज इन्हों कितों मिलती है? ਬਿਲਕੁਲ ਹਾਂਜੀ, ਬਿਲਕੁਲ ਤੁਸੀਂ ਜੀ। ਕੀ ਕਹਿਣਾ ਚਾਹੋਗੇ? इन्ना नशा करके ਗਿਆਨੀ ਜੀ, ਮੈਂ ਕਹਿਣਾ ਚਾਹੁੰਦਾ ਵਾਂ ਕਿ ਜਿਵੇਂ ਇਹ ਲੋਕ ਜਿਹੜਾ ਆ ਉਹ ਨਸ਼ਾ ਕਰਦੇ ਆ, ਤਾਂ ਹੀ ਇਹਨਾਂ ਦੇ ਦਿਮਾਗ ਜਿਹੜੇ ਆ ਉਹ ਇਸ ਤਰੀਕੇ ਦੇ ਆ ਕਿ ਜਿਹਨੂੰ ਮਰਜ਼ੀ ਫੜ ਕੇ ਉਹਦੇ ਉੱਤੇ ਅਟੈਕ ਕਰ ਦੋ, ਤੇ ਉਹ ਵੀ ਇਸ ਤਰੀਕੇ ਦਾ ਇੱਕ ਬਹੁਤ ਹੀ ਬੁਰਾ ਅਟੈਕ ਕਿ ਸਿੱਧਾ ਹੀ ਕਿਰਪਾਨਾਂ ਨਾਲ, ਚਾਕੂਆਂ ਨਾਲ, ਹੌਕੀਆਂ ਦੇ ਨਾਲ ਅਟੈਕ ਜਿਹੜਾ ਹੈ ਉਹ ਕੀਤਾ। ਹਾਂ, ਕੋਈ ਗੱਲ ਹੋਵੇ, ਕੋਈ ਸੀਰੀਅਸ ਮਾਮਲਾ ਹੋਵੇ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ, ਪਰ ਇੱਕ ਮਾਸਕ ਪਾਉਣ ਨੂੰ ਲੈ ਕੇ ਮੈਂ ਸਮਝਦਾ ਕਿ ਜਿਹੜਾ, ਜਿਵੇਂ ਪਹਿਲਾਂ ਵੀ ਗੱਲ ਕੀਤੀ ਆ ਕਿ ਡਿਜ਼ਾਸਟਰ ਐਕਟ ਦੇ ਤਹਿਤ ਇਹਨਾਂ ਦੇ ਉੱਤੇ ਮਾਮਲਾ ਜਿਹੜਾ ਆ ਉਹ ਵੀ ਦਰਜ ਹੋਣਾ ਚਾਹੀਦਾ ਆ। ਤੇ ਦੂਜੇ ਤੌਰ ਦੇ ਉੱਤੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਇਹਨਾਂ ਕੋਲੋਂ ਇਹ ਸਵਾਲ ਜ਼ਰੂਰ ਪੁੱਛੋ ਭਾਈ ਸਾਹਿਬ ਦੇ ਕੋਲੋਂ ਕਿ SGPC ਸਿੱਖਾਂ ਦੀ ਸਿਰਮੌਰ ਸੰਸਥਾ ਦੇ ਤੌਰ ਦੇ ਉੱਤੇ ਜਾਣੀ ਜਾਂਦੀ ਹੈ, ਜਥੇਦਾਰ ਅਕਾਲ ਤਖਤ ਸਾਹਿਬ ਨੇ, ਸਾਰਿਆਂ ਨੂੰ ਪਤਾ ਇਹ ਇੰਸੀਡੈਂਟ ਹੋਇਆ ਆ, ਕਿਸੇ ਨੇ ਇਹਨਾਂ ਨੂੰ ਫੋਨ ਕੀਤਾ ਜਾਂ ਕੋਈ ਸਪੋਰਟ ਇਹਨਾਂ ਦੀ ਕੀਤੀ ਆ। ਅਕਾਲੀ ਦਲ ਦੀ ਗੱਲ ਕਰਦੇ ਆ ਤਾਂ ਇੱਥੇ ਬੀਬੀ ਹਰਸਿਮਰਤ ਕੌਰ ਬਾਦਲ ਪੰਜਾਬ ਤੋਂ ਜਿਹੜੇ ਆ ਉਹ ਸੈਂਟਰ ਦੇ ਵਿੱਚ ਮਿਨਿਸਟਰ ਨੇ, ਉਹਨਾਂ ਨੇ ਕੋਈ ਇਹਨਾਂ ਤੱਕ ਪਹੁੰਚ ਕੀਤੀ ਆ ਜਾਂ ਸਖਤੀ ਕਰਾਉਣ ਦੀ ਸਰਕਾਰ ਨੂੰ ਕਿਹਾ ਵਾ ਕਿ ਇਹਨਾਂ ਲੋਕਾਂ ਦੇ ਉੱਤੇ ਸਖਤੀ ਕੀਤੀ ਜਾਵੇ ਕਿ ਇਸ ਤਰੀਕੇ ਨਾਲ ਉਹ ਸਿੱਖ ਜਿਹੜੇ ਦੁਨੀਆ ਭਰ ਦੇ ਵਿੱਚ ਲੰਗਰ ਛਕਾ ਰਹੇ ਆ ਲੋਕਾਂ ਨੂੰ, ਤੇ ਇੱਥੇ ਵੀ ਇਹ ਵੀ ਭਾਈ ਸਾਹਿਬ ਸੇਵਾ ਕਰ ਰਹੇ ਆ, ਤੇ ਇਵੇਂ ਦੇ ਅਟੈਕ ਜੇ ਹੋਣਗੇ ਤੇ ਫਿਰ ਜਿਹੜਾ ਸਰਕਾਰ ਹੈ ਉਹਦਾ ਵੀ ਸੋਚਣਾ ਬਣਦਾ ਹੈ, ਤੇ ਜਿਹੜੇ ਸਾਡੇ ਲੀਡਰ ਬਣ ਕੇ ਬੈਠੇ ਆ ਉਹਨਾਂ ਨੂੰ ਵੀ ਚਾਹੀਦਾ ਕਿ ਇਸ ਤਰੀਕੇ ਦੇ ਨਾਲ ਅੱਗੇ ਜਿਹੜਾ ਆ ਉਹ ਆ ਕੇ ਪਰਿਵਾਰ ਨੂੰ ਵੀ ਹੌਸਲਾ ਦੇਣ, ਤੇ ਨਾਲ ਪੁਲਿਸ ਪ੍ਰਸ਼ਾਸਨ ਤੱਕ ਵੀ ਪਹੁੰਚ ਕਰਕੇ ਇਹ ਗੱਲ ਜਿਹੜੀ ਆ ਉਹ ਕਹਿਣ ਕਿ ਸਖਤੀ ਦੇ ਨਾਲ ਇਹਨਾਂ ਨਾਲ ਪੇਸ਼ ਆਇਆ ਜਾਵੇ। ਐਵੇਂ ਤਾਂ ਜਿਹੜਾ ਮਰਜ਼ੀ ਉੱਠ ਕੇ ਜਿਹਦੇ ਉੱਤੇ ਮਰਜ਼ੀ ਤਲਵਾਰਾਂ ਚਾਕੂਆਂ ਦੇ ਨਾਲ ਜਿਹੜਾ ਆ ਉਹ ਅਟੈਕ ਕਰ ਦੇਗਾ, ਇਹ ਇੱਕ ਬਹੁਤ ਹੀ ਮੰਦਭਾਗੀ ਗੱਲ ਆ। ਤੇ ਜੇ ਕੋਈ ਲੀਡਰ ਇਸ ਸਬੰਧ ਦੇ ਵਿੱਚ ਇਹਨਾਂ ਦੇ ਪਰਿਵਾਰ ਤੱਕ ਸੰਪਰਕ ਉਹਨਾਂ ਨੇ ਨਹੀਂ ਕੀਤਾ ਤਾਂ ਮੈਂ ਸਮਝਦਾ ਕਿ ਉਹ ਤੋਂ ਵੀ ਮਾੜੀ ਗੱਲ ਆ। ਸੁਰਿੰਦਰ ਸਿੰਘ ਜੀ, ਜਿਵੇਂ ਹਰਿੰਦਰ ਸਿੰਘ ਜੀ ਇਹ ਗੱਲ ਪੁੱਛ ਰਹੇ ਨੇ, ਗੱਲ ਕਹਿ ਰਹੇ ਨੇ ਕਿ ਤੁਸੀਂ ਕੀ ਸ਼੍ਰੋਮਣੀ ਕਮੇਟੀ ਦੇ ਨਾਲ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਨਾਲ ਜਾਂ ਕਿਸੇ ਹੋਰ ਲੀਡਰ ਦੇ ਨਾਲ ਤੁਸੀਂ ਕੋਈ ਰਾਬਤਾ ਕਾਇਮ ਕੀਤਾ ਜਾਂ ਉਹਨਾਂ ਨੂੰ ਇਸ ਤੋਂ ਜਾਣੂ ਕਰਵਾਇਆ? ਲੀਡਰ ਹੈਗੇ ਇੱਧਰ ਦੇ ਚੰਦਰਕਾਂਤ ਹੰਡੋਰੇ। ਅੱਛਾ, ਕਾਂਗਰਸ ਦੇ ਐਕਸ ਮਿਨਿਸਟਰ ਹੈ। ਅੱਛਾ, ਤੁਸੀਂ ਉਹਨਾਂ ਤੱਕ ਪਹੁੰਚ ਕੀਤੀ ਹੈ? ਨਹੀਂ, ਸਿੱਖ ਲੀਡਰਾਂ ਦੀ ਮੈਂ ਗੱਲ ਕਰ ਰਿਹਾ ਗਿਆਨੀ ਜੀ, ਸਿੱਖ ਲੀਡਰ ਕੋਈ ਜਦੋਂ ਸਿੱਖ ਲੀਡਰ ਦੀ ਕਰ ਰਿਹਾ, ਜਿਵੇਂ ਸ਼੍ਰੋਮਣੀ ਕਮੇਟੀ ਸਿੱਖ ਲੀਡਰ ਦੇ ਕੋਈ ਮਦਦ ਨਹੀਂ ਆਈ। सिरसा घाटकोपर जो गुरुद्वारा ना, घाटकोपर गुरुद्वारा जी, अपना गुरुद्वारा बॉम्बे घाटकोपर पंतनगर, उन्होंने मदद की 50,000 ਦਾ ਚੈੱਕ ਦਿੱਤਾ ਹੈ। ਤੁਸੀਂ ਸ਼੍ਰੋਮਣੀ ਕਮੇਟੀ ਦੇ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਨੋਟਸ ਦੇ ਵਿੱਚ ਇਹ ਗੱਲ ਆਂਦੀ ਆ ਕੋਈ? ਹਾਂਜੀ, ਸ਼੍ਰੋਮਣੀ ਕਮੇਟੀ ਦੇ ਅਧੀਨ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨਾਲ ਜਾਂ ਲੌਂਗੋਵਾਲ ਸਾਹਿਬ ਨਾਲ ਤੁਸੀਂ ਕੋਈ ਗੱਲ ਕੀਤੀ ਇਸ ਬਾਰੇ? ਕੋਈ गलत हो है, सब सारे ने क्या मदद करेंगे, जो भी मदद होगी साहब ਤੁਸੀਂ ਦੱਸੋ, ਅਸੀਂ ਮਦਦ ਕਰਾਂਗੇ। ਦਿੱਲੀ ਗੁਰਦੁਆਰਾ ਤੋਂ ਹੋਰ ਕੋਣਾ ਚਾਹੂੰਗੇ ਕਿ ਜਿਹੜਾ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਹੈ ਕਿ ਉਹਨਾਂ ਤੱਕ ਪਰਿਵਾਰ ਨੇ ਸੂਚਿਤ ਕੀਤਾ ਜਾਂ ਕਿ ਇਸ ਮਸਲੇ ਦੇ ਵਿੱਚ ਉਹ ਆ ਸਕਦੇ ਆ, ਜਾਂ ਕੀ ਤੁਸੀਂ ਕਹਿਣਾ ਚਾਹੋਗੇ? ਇਹ ਜਦੋਂ ਨਿਊਜ਼ ਜਿਹੜਾ ਇਹ 3 ਤਰੀਕ ਦਾ ਇਨਸੀਡੈਂਟ ਹੈ, ਤੇ 3 ਤਰੀਕ ਹੀ ਮੈਂ ਇਮੀਡੀਏਟਲੀ ਇਹਦਾ ਮੈਸੇਜ ਬਣਾਇਆ ਸੀ ਕਿ ਇੱਕ ਸਿੱਖ ਮੁੰਡੇ ਦੇ ਨਾਲ ਇਸ ਤਰ੍ਹਾਂ ਦਾ ਅਟੈਕ ਹੋਇਆ ਬੰਬੇ ਦੇ ਵਿੱਚ, ਤੇ ਮੈਂ ਉਸ ਮੈਸੇਜ ਦੇ ਥਰੂ ਸਰਦਾਰ ਮਜਿੰਦਰ ਸਿੰਘ ਸਿਰਸਾ ਵੀਰ ਜੀ ਨੂੰ ਵੀ ਰਿਕੁਐਸਟ ਕੀਤੀ ਸੀ ਕਿ ਜਿਹੜੇ ਹਾਇਰ ਅਥਾਰਟੀ ਮਹਾਰਾਸ਼ਟਰ ਦੇ ਨੇ ਉਹਨਾਂ ਦੇ ਨਾਲ ਤੁਸੀਂ ਗੱਲਬਾਤ ਕਰੋ, ਤੇ ਸਰਦਾਰ ਮਜਿੰਦਰ ਸਿੰਘ ਸਿਰਸਾ ਵੀਰ ਜੀ ਨੇ ਆਦਿਤਿਆ ਠਾਕਰੇ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ, ਤੇ ਮਹਾਰਾਸ਼ਟਰ ਦੇ CM ਦੇ ਨਾਲ ਵੀ ਉਹਨਾਂ ਦੀ ਗੱਲ, ਔਰ ਉਹਨਾਂ ਦੇ ਉੱਤੇ ਬੰਦੀ ਕਾਰਵਾਈ ਹੋਏਗੀ, ਇਹ ਐਸ਼ੋਰੈਂਸ ਉਹਨਾਂ ਨੇ ਦਿੱਤਾ ਹੈ।
ਮਹਾਰਾਸ਼ਟਰ ਗਵਰਨਮੈਂਟ ਨੇ, ਸਰਦਾਰ ਮਨਜਿੰਦਰ ਸਿੰਘ ਸਿਰਸਾ ਵੀਰ ਜੀ ਇਹ ਸਾਰੇ ਮੈਟਰ ਨੂੰ ਬਹੁਤ ਪ੍ਰੋਪਰ ਤਰੀਕੇ ਨਾਲ ਟੇਕਅਪ ਕਰ ਰਹੇ ਨੇ, ਔਰ ਉਹਨਾਂ ਨੇ ਸਾਰੀ ਹਾਇਰ ਅਥਾਰਟੀ ਜਿਹੜੀ ਹੈਗੀ ਹੈ ਪੁਲਿਸ ਦੇ ਜਿਹੜੇ ਹੈੱਡ ਨੇ ਮਹਾਰਾਸ਼ਟਰ ਦੇ, ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ। ਆਦਿੱਤਿਆ ਠਾਕਰੇ ਨੇ ਵੀ ਉਹਨਾਂ ਨੂੰ ਪਰਸਨਲੀ ਟਵੀਟ ਕਰਕੇ ਰਿਪਲਾਈ ਕੀਤਾ ਕਿ ਜਿਹੜੇ ਵੀ ਕਲਪ੍ਰਿਟਸ ਨੇ ਉਹਨਾਂ ਦੇ ਉੱਤੇ ਜਿਹੜਾ ਸਟ੍ਰਿਕਟ ਐਕਸ਼ਨ ਲਿੱਤਾ ਜਾਏਗਾ, ਔਰ ਅਸੀਂ ਇਹ ਮੈਂ ਪਹਿਲਾਂ ਦੀ ਮੰਗ ਕਰ ਉਹਨਾਂ ਦੇ ਉੱਤੇ ਸਟ੍ਰਿਕਟ ਐਕਸ਼ਨ ਹੋਣਾ ਚਾਹੀਦਾ। ਬਾਕੀ ਸਾਡੀ ਦੂਜੀ ਗੱਲ ਇਹ ਵੀ ਹੈ, ਮਹਾਰਾਸ਼ਟਰ ਦੇ ਵਿੱਚ ਜਿਹਨੇ ਗਠਬੰਧਨ ਦੀ ਸਰਕਾਰ ਹੈ, ਕਾਂਗਰਸ ਦੀ, ਸ਼ਿਵ ਸੈਨਾ ਦੀ ਔਰ ਰਾਸ਼ਟਰਵਾਦੀ ਕਾਂਗਰਸ ਦੀ, ਇਹ ਤਿੰਨ ਪੋਲੀਟੀਕਲ ਪਾਰਟੀ ਨੇ ਮਿਲ ਕੇ ਮਹਾਰਾਸ਼ਟਰ ਦੇ ਵਿੱਚ ਸਰਕਾਰ ਬਣਾਈ ਹੈ। ਪਿਛਲੇ ਹਫ਼ਤੇ ਉਹ ਸਾਧੂਆਂ ਦੇ ਉੱਤੇ ਵੀ ਅਟੈਕ ਹੋਇਆ ਸੀ, ਔਰ ਉਹਦੇ ਬਾਅਦ ਇਹ ਹੁਣ ਸਿੱਖਾਂ ਦੇ ਉੱਤੇ ਅਟੈਕ ਹੋਇਆ। ਅਸੀਂ ਕਹਿ ਰਹੇ ਹਾਂ ਕਿ ਜਿਹੜੇ ਵੀ ਸਟੇਟ ਵਿੱਚ ਜੋ ਵੀ ਗਵਰਨਮੈਂਟ ਹੈ ਉਹ ਸਿੱਖਾਂ ਦੀ ਜਿਹੜੀ ਸੁਰੱਖਿਆ ਹੈ ਉਹਨੂੰ ਸੁਨਿਸ਼ਚਿਤ ਕਰਨ, ਔਰ ਇਹ ਜਿਹੜਾ ਪਰਿਵਾਰ ਹੈ ਇਹਨਾਂ ਦੇ ਪਰਿਵਾਰ ਨੂੰ ਵੀ ਜਿਹੜੀ ਹੈ ਅਗਲੀ ਸੁਰੱਖਿਆ ਜਿਹੜੀ ਹੈ ਉਹ ਪ੍ਰੋਵਾਈਡ ਕੀਤੀ ਜਾਵੇ। ਹਰਿੰਦਰ ਸਿੰਘ ਜੀ, ਜਿਹੜੀ ਗੱਲ ਜਸਪਾਲ ਸਿੰਘ ਜੀ ਕਹਿ ਰਹੇ ਨੇ ਵੀ ਠੀਕ ਹੈ, ਸਿੱਖਾਂ ਦੀ ਜਿਹੜੀ ਸੁਰੱਖਿਆ ਉਹ ਜ਼ਰੂਰੀ ਆ, ਕਿਉਂਕਿ 2% ਇਸ ਵੇਲੇ ਮਹਾਰਾਸ਼ਟਰ ਦੇ ਵਿੱਚ ਸਿੱਖ ਨੇ ਤੇ ਉਹਨਾਂ ਦੀ ਜਿਹੜੀ ਸੁਰੱਖਿਆ ਉਹ ਯਕੀਨੀ ਹੋਣੀ ਚਾਹੀਦੀ ਆ। ਤੁਸੀਂ ਕੀ ਕਹਿਣਾ ਚਾਹੋਗੇ? ਬਿਲਕੁਲ ਹੋਣੀ ਚਾਹੀਦੀ ਹੈ ਜੀ। ਇਹ ਇਸ ਤਰ੍ਹਾਂ ਦਾ ਇਨਸੀਡੈਂਟ ਜਿਹੜਾ ਆ, ਇਹ ਜਿਵੇਂ ਜਸਪਾਲ ਸਿੰਘ ਵੀਰ ਜੀ ਨੇ ਪਹਿਲਾਂ ਵੀ ਦੱਸਿਆ ਆ ਕਿ ਪਹਿਲਾ ਇਨਸੀਡੈਂਟ ਨਹੀਂਗਾ ਕੋਈ, ਵੱਖ-ਵੱਖ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦੇ ਅਟੈਕ ਜਿਹੜੇ ਆ ਉਹ ਸਿੱਖਾਂ ਦੇ ਉੱਤੇ ਹੁੰਦੇ ਰਹੇ ਆ, ਪਰ ਫਿਰ ਵੀ ਅਜੇ ਤੱਕ ਕੁਝ ਇਸ ਤਰ੍ਹਾਂ ਦਾ ਹੋਇਆ ਹੀ ਨਹੀਂਗਾ। ਕੁਝ ਦੋਸ਼ੀ ਜਿਹੜੇ ਆ ਕਿਤੇ ਪਰਚਾ ਨਹੀਂ ਦਰਜ ਹੁੰਦਾ, ਕਿਤੇ ਫੜੇ ਨਹੀਂ ਜਾਂਦੇ, ਕਿਤੇ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ। ਤਾਂ ਇਹ ਹੌਸਲਾ ਜਿਹੜਾ ਆ ਉਹ ਲਗਾਤਾਰ ਇਸੇ ਕਰਕੇ ਹੀ ਜਿਹੜਾ ਆ ਉਹ ਇਸ ਤਰ੍ਹਾਂ ਦੇ ਲੋਕਾਂ ਦਾ ਵਾਧਾ ਆ। ਤੇ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਆ, ਜਦੋਂ ਕਿ ਪੂਰੇ ਭਾਰਤ ਦੇ ਵਿੱਚ ਲਾਕਡਾਊਨ ਆ ਤੇ ਬਿਲਕੁਲ ਲੋਕ ਘਰਾਂ ਦੇ ਅੰਦਰ ਆ, ਤਾਂ ਇੰਨੀ ਵੱਡੀ ਭੀੜ ਜਿਹੜੀ ਆ ਉਹ ਕਿਵੇਂ ਇਕੱਠੀ ਹੋ ਗਈ, ਕਿ ਉਹ ਕਿੱਥੋਂ ਆਏ ਸੀਗੇ, ਕਿਵੇਂ ਆਏ ਇੰਨੀ ਵੱਡੀ ਗਿਣਤੀ ਦੇ ਵਿੱਚ, ਕਿ ਇਹ ਪੁਲਿਸ ਪ੍ਰਸ਼ਾਸਨ ਨੂੰ ਨਹੀਂ ਪਤਾ। ਸੋ ਸਾਰੀਆਂ ਗੱਲਾਂ ਜਿਹੜੀਆਂ ਮੈਂ ਸਮਝਦਾ ਕਿ ਪ੍ਰਸ਼ਾਸਨ ਦੇ ਨੱਕ ਦੇ ਹੇਠੋਂ ਦੀ ਸਾਰਾ ਕੁਝ ਜਿਹੜਾ ਆ ਉਹ ਹੋ ਰਿਹਾ, ਜਾਣਬੁੱਝ ਕੇ ਇਸ ਮਾਮਲੇ ਦੇ ਵਿੱਚ ਜਿਹੜਾ ਆ ਉਹ ਕੁਝ ਇਸ ਤਰੀਕੇ ਦੇ ਨਾਲ ਗੱਲ ਜਿਹੜੀ ਆ, ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਜਾ ਰਹੀ ਕਿ ਜਿਹੜਾ ਇਹਨਾਂ ਲੋਕਾਂ ਨੂੰ ਸਬਕ ਮਿਲ ਸਕੇ ਕਿ ਅੱਗੇ ਤੋਂ ਅਸੀਂ ਕਿਸੇ ਦੇ ਉੱਤੇ ਅਟੈਕ ਨਹੀਂ ਕਰਨਾ, ਚਾਹੇ ਉਹ ਕੋਈ ਵੀ ਹੋਵੇ। ਸਿੱਖ ਦੀ ਗੱਲ ਨਹੀਂ ਮੈਂ ਕਰਦਾ ਇਕੱਲੇ ਦੀ, ਸਿੱਖ ਤੋਂ ਇਲਾਵਾ ਹੋਰ ਵੀ ਕੋਈ ਹੋਵੇ। ਜਿਵੇਂ ਇਹਨਾਂ ਨੇ ਕਿਹਾ ਸਾਧੂਆਂ ਤੇ ਅਟੈਕ ਹੋਇਆ ਆ, ਜ਼ਿੰਦਗੀ ਤਾਂ ਹਰੇਕ ਦੀ ਜਿਹੜੀ ਆ ਉਹ ਅਨਮੋਲ ਆ। ਸੋ ਇਸ ਕਰਕੇ ਸਾਰਿਆਂ ਦੇ ਵਾਸਤੇ ਹੀ ਸਰਕਾਰ ਨੂੰ ਚਾਹੀਦਾ ਵਾ, ਜਿਹੜਾ ਦੇਸ਼ ਦਾ ਨਾਗਰਿਕ ਆ ਸਾਰੇ ਬਰਾਬਰ ਨੇ। ਸੋ ਇਸ ਵਾਸਤੇ ਸਰਕਾਰ ਨੂੰ ਚਾਹੀਦਾ ਕਿ ਅੱਛੇ ਤਰੀਕੇ ਦੇ ਨਾਲ ਅਜਿਹੇ ਮਾਮਲੇ ਜਿਸ ਤਰ੍ਹਾਂ ਵੀ ਹੁੰਦੇ ਆ ਉਹਨਾਂ ਨੂੰ ਹੈਂਡਲ ਕੀਤਾ ਜਾਵੇ, ਤਾਂ ਜੋ ਇਹ ਘਟਨਾਵਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਵਾਪਰਦੀਆਂ ਉਹਨਾਂ ਤੋਂ ਕੁਝ ਸਿੱਖਿਆ ਜਾਵੇ ਕਿ ਅੱਗੇ ਚੱਲ ਕੇ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਜਿਹੜੀ ਆ ਉਹ ਭਵਿੱਖ ਦੇ ਵਿੱਚ ਨਾ ਵਾਪਰੇ। ਪਰ ਜਾਣਬੁੱਝ ਕੇ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਬਾਰ-ਬਾਰ ਵਾਪਰਨੀਆਂ, ਇਸ ਦੇ ਪਿੱਛੇ ਵੀ ਕੀ ਕਾਰਨ ਆ ਉਹ ਵੀ ਪਤਾ ਲਗਾਉਣੀ ਦੀ ਜਿਹੜੀ ਜ਼ਰੂਰਤ ਆ ਜੀ। ਬਿਲਕੁਲ ਜੀ। ਸਰਦਾਰ ਸੁਰਿੰਦਰ ਸਿੰਘ ਜੀ ਜਿਵੇਂ ਗੱਲ ਕਰ ਰਹੇ ਹਰਿੰਦਰ ਸਿੰਘ ਜੀ ਕਿ ਬਿਲਕੁਲ ਇਹੋ ਜਿਹੀਆਂ ਘਟਨਾਵਾਂ ਦੇ ਉੱਤੇ ਰੋਕ ਵੀ ਲੱਗਣੀ ਚਾਹੀਦੀ ਆ, ਔਰ ਤੁਸੀਂ ਵੀ ਪ੍ਰਸ਼ਾਸਨ ਦੇ ਪਾਸੋਂ ਮੰਗ ਕਰਦੇ ਆ ਕਿ ਜਿਹੜੀਆਂ ਘੱਟ ਗਿਣਤੀ ਦੇ ਲੋਕ ਆ, ਸਿੱਖਾਂ ਦੀ ਗਿਣਤੀ ਆ, ਉਹਨਾਂ ਨੂੰ ਬਿਲਕੁਲ ਜ਼ਰੂਰੀ ਬਣਾਇਆ ਜਾਵੇ। ਤੇ ਤੁਸੀਂ ਜਿਵੇਂ ਤੁਹਾਡੇ ਦੂਸਰੇ ਬੱਚਾ ਉਹਦੇ ਤੇ ਵੀ ਜਿਵੇਂ ਅਟੈਕ ਕੀਤਾ ਗਿਆ, ਉਹ ਵੀ ਜ਼ਖਮੀ ਹੋਇਆ, ਇਸ ਵੇਲੇ ਜਿਹੜੀਆਂ ਤੁਸੀਂ ਕਹਿ ਰਹੇ ਕਿ ਉਸ ਬੱਚੇ ਨੂੰ ਰੈਫਰ ਕੀਤਾ ਜਾ ਰਿਹਾ ਵਾ, ਤੇ ਕੀ ਇਸ ਵੇਲੇ ਉਹਨਾਂ ਦੀ ਕੰਡੀਸ਼ਨ ਆ, ਕੀ ਇਸ ਵੇਲੇ ਹਾਲਾਤ ਨੇ ਉਹਨਾਂ ਦੇ? ਹਾਂਜੀ ਸੁਰਿੰਦਰ ਸਿੰਘ ਜੀ। ਹਾਂਜੀ, ਇਸ ਵੇਲੇ ਤੁਹਾਡੇ ਬੱਚੇ ਦੇ, ਤੁਹਾਡੇ ਇੰਦਰਪਾਲ ਸਿੰਘ ਦੇ, ਤੁਸੀਂ ਉਹ ਕਹਿ ਰਹੇ ਕਿ ਉਹਨੂੰ ਰੈਫਰ ਕੀਤਾ ਜਾ ਰਿਹਾ ਵਾ, ਉਹ ਕਿੱਥੋਂ ਰੈਫਰ ਕੀਤਾ ਜਾ ਰਿਹਾ, ਜਾਂ ਕਿਸ ਤਰ੍ਹਾਂ ਦੀ ਇਸ ਵੇਲੇ ਹਾਲਾਤ, ਉਹਨਾਂ ਦੀ ਹਾਲਤ ਕਿਸ ਤਰ੍ਹਾਂ ਦੀ ਆ? हालत ठीक नहीं है, हालत उनकी खराब ही है, मुझे ब्लीडिंग नहीं रुक रही है। ब्लीडिंग हो रही है ना? हाँ जी, ब्लीडिंग हो रही है, और 72 आवर्स उन्होंने किया है डॉक्टर ने, और उसके बाद वो बड़े डॉक्टर को बुला के सारा कुछ देखा नहीं है, MRI फिर कटेंगे। तो मैं विचार किया, और दवाखाना हॉस्पिटल छोटा है, बड़ा नहीं है, तो चेंज करके चेंबूर हॉस्पिटल देखेंगे बड़ा, उधर एडमिट कराएंगे। ਗੱਲ ਆਪਾਂ ਕਰ ਰਹੇ ਜਸਪਾਲ ਸਿੰਘ ਜੀ, ਤੁਸੀਂ ਕੀ ਸੁਨੇਹਾ, ਕੀ ਮੈਸੇਜ ਜਿਹੜਾ ਉਹ ਸਿੱਖ ਚੈਨਲ ਦੇ ਰਾਹੀਂ ਕੀ ਮੈਸੇਜ ਸੰਸਾਰ ਨੂੰ, ਦੁਨੀਆ ਨੂੰ ਦੇਣਾ ਚਾਹੋਗੇ? ਅਸੀਂ ਤੇ ਹੁਣ ਤੇ ਜਿਹੜਾ ਸਾਰਾ ਵਰਲਡ ਜਿਹੜਾ ਹੈ ਉਹ ਕੋਰੋਨਾ ਮਹਾਮਾਰੀ ਤੋਂ ਗ੍ਰਸਤ ਹੈ, ਸਾਰੇ ਲੋਕੀ ਇਹ ਕੋਰੋਨਾ ਤੋਂ ਲੜ ਰਹੇ ਨੇ, ਔਰ ਉਹਦੇ ਵਿੱਚ ਇਸ ਤਰ੍ਹਾਂ ਦੇ ਇਨਸੀਡੈਂਟਸ ਜਿਹੜੇ ਨੇ ਉਹ ਬਿਲਕੁਲ ਵੀ ਨਹੀਂ ਹੋਣੇ ਚਾਹੀਦੇ ਨੇ। ਲੋਕਾਂ ਨੂੰ ਮੈਂ ਕਹਾਂਗਾ ਕਿ ਆਪਸੀ ਪਿਆਰ ਬਣਾ ਕੇ ਰੱਖਣ, ਸਦਭਾਵਨਾ ਬਣਾ ਕੇ ਰੱਖਣ, ਇੱਕ ਦੂਜੇ ਦੀ ਰਿਸਪੈਕਟ ਕਰਨ, ਔਰ ਜਿਹੜੇ ਗਵਰਨਮੈਂਟ ਇਨਸਟਰਕਸ਼ਨਸ ਦੇ ਰਹੀ ਹੈ, ਜਿਹੜੀ ਗਵਰਨਮੈਂਟ ਤੁਹਾਨੂੰ ਇਨਸਟਰਕਸ਼ਨਸ ਦੇ ਰਹੀ ਹੈ, ਉਹਨੂੰ ਪ੍ਰੋਪਰ ਤਰੀਕੇ ਨਾਲ ਫੋਲੋ ਕਰੋ। ਔਰ ਸਿੱਖ ਕੌਮ ਇਸ ਤਰ੍ਹਾਂ ਦੀ ਕੌਮ ਹੈ, ਉਹ ਤੇ ਹਮੇਸ਼ਾ ਸਭ ਦਾ ਭਲਾ ਹੀ ਸੋਚਦੀ ਹੈ। ਸਿੱਖ ਕੌਮ ਤੇ ਕਦੀ ਆਪਣੇ ਅੰਦਰ ਉਹਨਾਂ ਨੇ ਦੁਸ਼ਮਣੀ ਰੱਖੀ ਨਹੀਂ ਹੈ, ਉਹ ਤੇ
ਹਰ ਇੱਕ ਜ਼ਰੂਰਤਮੰਦ ਦੀ ਸਿੱਖ ਕੌਮ ਜਿਹੜੀ ਹੈ ਮਦਦ ਕਰਦੀ ਹੈ। ਔਰ ਇਹ ਸਾਡਾ ਜਿਹੜਾ ਸਿੱਖ ਕਲਚਰ ਹੈ, ਅਸੀਂ ਬਾਰ-ਬਾਰ ਕੋਸ਼ਿਸ਼ ਕਰਦੇ ਹਾਂ ਕਿ ਸਾਡੀ ਜਿਹੜੀ ਸਿੱਖ ਸੰਸਕ੍ਰਿਤੀ ਹੈ, ਸਾਡੇ ਜਿਹੜਾ ਸਿੱਖ ਸੱਭਿਆਚਾਰ ਹੈ, ਉਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਕੋਲ ਪਹੁੰਚੇ, ਲੋਕਾਂ ਨੂੰ ਸਿੱਖਾਂ ਦੀ ਰਹਿਤ ਮਰਿਆਦਾ ਦੀ ਸਮਝ ਆਏ। ਟਾਈਮ ਸਮਾਂ ਜਿਹੜਾ ਇਹ ਸੁਣਾ ਮੈਂ ਸਾਰੀ ਇਹ ਤੁਹਾਡਾ ਸਭ ਦਾ ਬਹੁਤ ਮੈਂ ਧੰਨਵਾਦ ਕਰਦਾ ਸਰਦਾਰ ਜਸਪਾਲ ਸਿੰਘ ਜੀ, ਜੋ ਮਿਨੋਰਟੀ ਸੈੱਲ ਦੇ ਵਾਈਸ ਪ੍ਰੈਜ਼ੀਡੈਂਟ ਨੇ ਜ਼ਿਲ੍ਹਾ ਗੋਵਿੰਦੀਆ ਮਹਾਰਾਸ਼ਟਰ ਦੇ ਵਿੱਚ। ਉਹਨਾਂ ਦਾ ਵੀ ਬਹੁਤ ਧੰਨਵਾਦ ਆ। ਧੰਨਵਾਦ ਸਰਦਾਰ ਹਰਿੰਦਰ ਸਿੰਘ ਜੀ ਗਿੱਲ ਸਾਹਿਬ, ਤੁਹਾਡਾ ਵੀ ਬਹੁਤ ਧੰਨਵਾਦ ਕਰਦੇ ਆ। ਤੇ ਸਰਦਾਰ ਸੁਰਿੰਦਰ ਸਿੰਘ ਜੀ ਰਾਣਾ, ਤੁਹਾਡਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਆ। ਤੁਸੀਂ ਸਾਡੇ ਨਾਲ ਜੁੜ ਕੇ ਅੱਜ ਦਾ ਜੋ ਇਹ ਵਾਕਿਆ ਜੋ ਪਿਛਲੇ ਦਿਨੀ ਹੋਇਆ ਉਹਦੀ ਸਾਰੀ ਜਾਣਕਾਰੀ ਦਿੱਤੀ ਆ ਜੀ। ਤੁਹਾਡਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆ। ਇਹਦੇ ਵਿੱਚ ਵਿਚਾਰ ਜੋ ਜਿਹਨੇ ਵੀ ਦਿੱਤੇ ਨੇ ਉਹ ਸਭ ਦੇ ਆਪੋ ਆਪਣੇ ਵਿਚਾਰ ਨੇ। ਤੋਂ ਫਿਰ ਵੀ ਸਾਡੇ ਤੋਂ ਬੋਲਦਿਆਂ ਹੋਇਆ ਕੋਈ ਐਸਾ ਅਲਫਾਜ਼ ਨਿਕਲ ਗਿਆ ਹੋਵੇ ਤੇ ਅਸੀਂ ਤੁਹਾਡੇ ਤੋਂ ਜ਼ਰੂਰ ਖਿਮਾ ਮੰਗਦੇ ਹਾਂ ਜੀ। ਵੇਖਦੇ ਰਹੋ ਸਿੱਖ ਚੈਨਲ। ਸਿੱਖ ਚੈਨਲ ਤੁਹਾਡਾ ਆਪਣਾ ਚੈਨਲ ਹੈ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।